ਅੱਗੇ ਹੈ ਖਾਲੀ ਥਾਵਾਂ ਭਰੋ। ਵਿਦਿਆਰਥੀਓ, ਖਾਲੀ ਥਾਵਾਂ ਭਰਨਾ ਇੱਕ ਪ੍ਰਸ਼ਨ ਉੱਤਰ ਯਾਦ ਕਰਨ ਦੀ ਬਹੁਤ ਹੀ ਸੌਖੀ ਤਕਨੀਕ ਹੈ। ਤੁਸੀਂ ਇੱਕ ਛੋਟਾ ਜਿਹਾ ਸ਼ਬਦ ਭਰਨਾ ਹੁੰਦਾ ਹੈ ਤੇ ਤੁਹਾਨੂੰ ਪ੍ਰਸ਼ਨ ਦਾ ਇੱਕ ਹਿੱਸਾ ਯਾਦ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਬੜਾ ਰੌਚਕ ਹੈ, ਬੜਾ ਇੰਟਰਸਟਿੰਗ ਹੁੰਦਾ ਹੈ ਖਾਲੀ ਥਾਵਾਂ ਨੂੰ ਭਰਨਾ। ਤੁਸੀਂ ਇਸ ਖਾਲੀ ਥਾਵਾਂ ਨੂੰ ਭਰਨ ਨੂੰ ਇੰਜੋਏ ਵੀ ਕਰਦੇ ਹੋ। ਆਓ ਆਪਾਂ ਆਪਣੀ ਜਾਣਕਾਰੀ ਨੂੰ ਪਰਖੀਏ ਤੇ ਇਹਨਾਂ ਖਾਲੀ ਥਾਵਾਂ ਨੂੰ ਭਰੀਏ। ਸੋ ਸਭ ਤੋਂ ਪਹਿਲਾਂ ਹੈ ਊਸ਼ਣ ਖੰਡ ਕਰਕ ਅਤੇ ਡੈਸ਼ ਰੇਖਾਵਾਂ ਦੇ ਨਾਲ ਦਰਸਾਇਆ ਜਾਂਦਾ ਹੈ। ਊਸ਼ਣ ਖੰਡ ਕਰਕ ਅਤੇ ਮਕਰ ਰੇਖਾਵਾਂ ਦੇ ਨਾਲ ਦਰਸਾਇਆ ਜਾਂਦਾ ਹੈ। ਅਗਲਾ ਹੈ ਕਰਕ ਰੇਖਾ ਡੈਸ਼ ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ। ਯਾਦ ਰੱਖੋ ਕਿ ਕਰਕ ਰੇਖਾ 23.5 ਡਿਗਰੀ ਉੱਤਰ ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ। ਨੈਕਸਟ, ਅਕਸ਼ਾਂਸ਼ ਅਤੇ ਦਿਸ਼ਾਂਤਰ ਗਲੋਬ ਉੱਪਰ ਡੈਸ਼ ਬਣਾਉਂਦੀਆਂ ਹਨ। ਅਕਸ਼ਾਂਸ਼ ਅਤੇ ਦਿਸ਼ਾਂਤਰ ਗਲੋਬ ਉੱਪਰ ਗ੍ਰਿਡ ਜਾਂ ਜਾਲ ਬਣਾਉਂਦੀਆਂ ਹਨ। ਤੁਹਾਨੂੰ ਯਾਦ ਹੋਵੇਗਾ ਬੇਟਾ, ਜਦੋਂ ਇਹ ਸਾਰੀਆਂ ਲਾਈਨਾਂ ਕੱਟਦੀਆਂ ਹਨ ਤਾਂ ਇੱਕ ਜਾਲ ਜਿਹਾ ਬਣ ਜਾਂਦਾ ਹੈ। ਸੋ ਅੱਗੇ ਹੈ ਕਿ ਦੋ ਸਮਾਂਤਰ ਰੇਖਾਵਾਂ ਵਿੱਚ ਦੂਰੀ ਹਮੇਸ਼ਾ ਡੈਸ਼ ਹੁੰਦੀ ਹੈ। ਦੋ ਸਮਾਂਤਰ, ਇਹ ਸ਼ਬਦ ਹੀ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਹੈ। ਸਮਾਂਤਰ, ਸਮਾਨ ਅੰਤਰ ਮਤਲਬ ਇੱਕ ਸਮਾਨ। ਸੋ ਦੋ ਸਮਾਂਤਰ ਰੇਖਾਵਾਂ ਵਿੱਚ ਦੂਰੀ ਹਮੇਸ਼ਾ ਇੱਕ ਸਮਾਨ ਹੁੰਦੀ ਹੈ। ਅਗਲਾ, ਡੈਸ਼ ਨੂੰ ਸਿਫਰ ਦਿਸ਼ਾਂਤਰ ਆਖਦੇ ਹਨ। 180 ਡਿਗਰੀ ਦਿਸ਼ਾਂਤਰ ਨੂੰ ਸਿਫਰ ਦਿਸ਼ਾਂਤਰ ਆਖਦੇ ਹਨ। ਸੋ 180 ਡਿਗਰੀ ਦਿਸ਼ਾਂਤਰ ਜਦੋਂ ਅਸੀਂ ਇਹਨਾਂ ਸਾਰੀਆਂ ਰੇਖਾਵਾਂ ਨੂੰ ਦੇਖਦੇ ਹਾਂ ਜੋ ਕਿ ਲੰਬਕਾਰ ਹੁੰਦੇ ਨੇ, ਉੱਤਰ ਤੋਂ ਦੱਖਣ ਵੱਲ ਲੰਬੇ ਖਿੱਚੇ ਜਾਂਦੇ ਨੇ, ਤੇ 180 ਡਿਗਰੀ ਦਿਸ਼ਾਂਤਰ ਇਹ ਜਦੋਂ ਘੁੰਮਦੇ ਹੋਏ ਗਲੋਬ 'ਚ ਤੁਸੀਂ ਦੇਖੋਗੇ ਪੂਰਬ ਵੱਲ ਨੂੰ ਔਰ ਇੱਧਰੋਂ ਪੱਛਮ ਵੱਲ ਨੂੰ ਜਿਹੜੀਆਂ ਦਿਸ਼ਾਵਾਂ ਵੱਲ ਜਦੋਂ ਲਾਈਨਾਂ ਸਾਰੀਆਂ ਜਾਂਦੀਆਂ ਨੇ ਮੁੱਖ ਮਧਿਆਨ ਰੇਖਾ ਤੋਂ, ਤੇ ਜਿਹੜੀ ਮੁੱਖ ਮਧਿਆਨ ਰੇਖਾ ਹੈ ਇਹ ਸਾਂਝੀ ਬਣ ਜਾਂਦੀ ਹੈ ਦੋਨਾਂ ਦੀ, ਜਿੱਥੇ ਅਸੀਂ 180 ਡਿਗਰੀ ਦਿਸ਼ਾਂਤਰ ਨੂੰ ਮੰਨਦੇ ਹਾਂ। 180 ਡਿਗਰੀ ਇੱਧਰੋਂ ਪੂਰਬ ਵਾਲੇ ਪਾਸੇ ਤੇ 180 ਡਿਗਰੀ ਇੱਧਰੋਂ ਪੱਛਮ ਵਾਲੇ ਪਾਸੇ ਜਦੋਂ ਘੁੰਮਦੀਆਂ ਨੇ ਤਾਂ ਫਿਰ ਇਹ ਸਾਂਝੀ ਡਿਗਰੀ ਆ ਜਾਂਦੀ ਹੈ। ਸੋ ਭਾਰਤ ਵਿੱਚ ਡੈਸ਼ ਦਿਸ਼ਾਂਤਰ ਨੂੰ ਪ੍ਰਮਾਣਿਤ ਦਿਸ਼ਾਂਤਰ ਮੰਨਿਆ ਜਾਂਦਾ ਹੈ। ਭਾਰਤ ਵਿੱਚ 82.5 ਡਿਗਰੀ ਪੂਰਬ ਦਿਸ਼ਾਂਤਰ ਨੂੰ ਪ੍ਰਮਾਣਿਤ ਦਿਸ਼ਾਂਤਰ ਮੰਨਿਆ ਜਾਂਦਾ ਹੈ। ਨੈਕਸਟ ਹੈ ਗ੍ਰੀਨਵਿਚ ਦੇ ਔਸਤ ਸਮੇਂ ਅਤੇ ਭਾਰਤੀ ਪ੍ਰਮਾਣਿਤ ਸਮੇਂ ਵਿੱਚ 5 ਘੰਟੇ 30 ਮਿੰਟ ਦਾ ਅੰਤਰ ਹੈ। ਅਗਲਾ ਹੈ ਕਿ ਅਕਸ਼ਾਂਸ਼ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਨੈਕਸਟ, ਮੁੱਖ ਮਧਿਆਨ ਰੇਖਾ ਇੰਗਲੈਂਡ ਦੇ ਡੈਸ਼ ਤੋਂ ਗੁਜ਼ਰਦੀ ਹੈ। ਹੁਣੇ ਪੜ੍ਹਿਆ ਸੀ ਗ੍ਰੀਨਵਿਚ ਸਥਾਨ ਤੋਂ ਗੁਜ਼ਰਦੀ ਹੈ। ਤੇ 0 ਡਿਗਰੀ ਅਕਸ਼ਾਂਸ਼ ਰੇਖਾ ਨੂੰ ਤੁਹਾਨੂੰ ਯਾਦ ਹੋ ਜਾਣਾ ਚਾਹੀਦਾ ਭੂਮੱਧ ਰੇਖਾ ਆਖਦੇ ਹਨ। 0 ਡਿਗਰੀ ਅਕਸ਼ਾਂਸ਼ ਰੇਖਾ ਨੂੰ ਭੂਮੱਧ ਰੇਖਾ ਆਖਦੇ ਹਨ। ਆਓ ਅੱਗੇ ਦੇਖੀਏ ਠੀਕ ਤੇ ਗਲਤ। ਸੋ ਹਰੇਕ ਦਿਸ਼ਾਂਤਰ ਅਰਧ ਗੋਲਾ ਹੁੰਦਾ ਹੈ। ਹਰੇਕ ਦਿਸ਼ਾਂਤਰ ਅਰਧ ਗੋਲਾ ਹੁੰਦਾ ਹੈ। ਬਿਲਕੁਲ ਠੀਕ। ਅਗਲਾ ਹੈ ਜਿਉਂ-ਜਿਉਂ ਭੂਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਵੱਧਦਾ ਜਾਂਦਾ ਹੈ। ਗਲਤ, ਭੂਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਘਟਦਾ ਜਾਂਦਾ ਹੈ। ਨੈਕਸਟ, ਊਸ਼ਣ ਤਾਪਖੰਡ ਕਰਕ ਅਤੇ ਮਕਰ ਰੇਖਾ ਵਿਚਕਾਰ ਹੁੰਦਾ ਹੈ। ਊਸ਼ਣ ਤਾਪਖੰਡ ਕਰਕ ਅਤੇ ਮਕਰ ਰੇਖਾ ਵਿਚਕਾਰ ਹੁੰਦਾ ਹੈ।
ठीक। धरती पश्चिम तो पूरब वल घुमदी है। धरती पश्चिम तो पूरब वल घुमदी है। बिल्कुल ठीक। धरती जां गलोब नूं कुल 180 दिशांतरां विच वंडिया गया है। गलत। 0 डिग्री दिशांतर नूं मुख मध्यान रेखा आखदे हन। बिल्कुल ठीक है। नैक्सट है कि धरती नूं धरत गोला भी कहा जाता है। बिल्कुल ठीक। धरती दे 2 ਤੋਂ ਵੱਧ ਧਰੁਵ ਹੁੰਦੇ ਹਨ। ਗਲਤ ਹੈ, ਕਿਉਂਕਿ ਧਰਤੀ ਦੇ 2 ਧਰੁਵ ਹਨ, ਇੱਕ ਉੱਤਰੀ ਧਰੁਵ ਤੇ ਦੂਸਰਾ ਦੱਖਣੀ ਧਰੁਵ। ਅੱਗੇ ਦਿਸ਼ਾਂਤਰ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਗਲਤ। ਦਿਸ਼ਾਂਤਰ ਕਿਸੇ ਸਥਾਨ ਦੇ ਸਮੇਂ ਦਾ ਪਤਾ ਲਗਾਉਣ ਵਿੱਚ ਸਹਾਇਕ ਹੁੰਦੀਆਂ ਹਨ। ਬਿਲਕੁਲ ਠੀਕ ਹੈ। ਸੋ ਇਹ ਠੀਕ ਅਤੇ ਗਲਤ ਜੋ ਆਪਾਂ ਕੀਤੇ ਹਨ। ਇਸ ਤੋਂ ਅੱਗੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ। ਸੋ ਸਭ ਤੋਂ ਪਹਿਲਾਂ ਹੈ ਅਕਸ਼ਾਂਸ਼ ਰੇਖਾਵਾਂ। ਇਹ ਰੇਖਾਵਾਂ ਗਲੋਬ ਉੱਪਰ ਭੂਮੱਧ ਰੇਖਾ ਦੇ ਸਮਾਨਾਂਤਰ ਖਿੱਚੀਆਂ ਜਾਂਦੀਆਂ ਹਨ। ਤੇ ਦੂਸਰੀ ਸਾਈਡ ਅਕਸ਼ਾਂਸ਼ ਰੇਖਾਵਾਂ ਇਹ ਕਿਹੜੀਆਂ ਹਨ? ਇਹ ਰੇਖਾਵਾਂ ਗਲੋਬ ਉੱਪਰ ਉੱਤਰੀ ਅਤੇ ਦੱਖਣੀ ਧਰੁਵ ਨੂੰ ਮਿਲਾਉਂਦੀਆਂ ਖਿੱਚੀਆਂ ਜਾਂਦੀਆਂ ਹਨ। ਨੈਕਸਟ ਹੈ ਅਕਸ਼ਾਂਸ਼ ਰੇਖਾਵਾਂ ਵੱਲ। ਇਹ ਰੇਖਾਵਾਂ ਗਲੋਬ ਉੱਪਰ ਗੋਲਾਕਾਰ ਅਤੇ ਸਮਾਨਾਂਤਰ ਹੁੰਦੀਆਂ ਹਨ। ਦੂਸਰੀ ਸਾਈਡ ਦਿਸ਼ਾਂਤਰ ਰੇਖਾਵਾਂ ਵੱਲ। ਇਹ ਰੇਖਾਵਾਂ ਗਲੋਬ ਉੱਪਰ ਅਰਧ ਗੋਲਾਕਾਰ ਅਤੇ ਸਮਾਨਾਂਤਰ ਹੁੰਦੀਆਂ ਹਨ, ਅਸਮਾਨਾਂਤਰ ਹੁੰਦੀਆਂ ਹਨ। ਅਕਸ਼ਾਂਸ਼ ਰੇਖਾਵਾਂ ਵੱਲ ਤੀਸਰਾ ਪੁਆਇੰਟ ਕਿ ਇਹਨਾਂ ਰੇਖਾਵਾਂ ਦੀ ਗਿਣਤੀ ਭੂਮੱਧ ਰੇਖਾ ਸਮੇਤ 181 ਮੰਨੀ ਜਾਂਦੀ ਹੈ ਤੇ ਦਿਸ਼ਾਂਤਰ ਰੇਖਾਵਾਂ ਇਹਨਾਂ ਦੀ ਗਿਣਤੀ 360 ਮੰਨੀ ਜਾਂਦੀ ਹੈ। ਚੌਥਾ ਪੁਆਇੰਟ ਨੰਬਰ 4 ਅਕਸ਼ਾਂਸ਼ ਰੇਖਾਵਾਂ ਵੱਲ ਕਿ ਭੂਮੱਧ ਰੇਖਾ ਨੂੰ 0 ਡਿਗਰੀ ਅਕਸ਼ਾਂਸ਼ ਮੰਨਿਆ ਗਿਆ ਹੈ ਅਤੇ ਇਹ ਗਲੋਬ ਦਾ ਸਭ ਤੋਂ ਵੱਡਾ ਗੋਲਾ ਹੈ। ਦਿਸ਼ਾਂਤਰ ਰੇਖਾਵਾਂ ਲੰਡਨ ਦੇ ਵਿੱਚ ਗ੍ਰੀਨਵਿਚ ਤੋਂ ਲੰਘਣ ਵਾਲੀ ਦਿਸ਼ਾਂਤਰ ਰੇਖਾ ਨੂੰ ਪ੍ਰਧਾਨ ਦਿਸ਼ਾਂਤਰ ਮੰਨਿਆ ਜਾਂਦਾ ਹੈ। ਨੈਕਸਟ ਇਹਨਾਂ ਨੂੰ ਉੱਤਰੀ ਜਾਂ ਦੱਖਣੀ ਅਕਸ਼ਾਂਸ਼ ਰੇਖਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹਨਾਂ ਨੂੰ ਉੱਤਰੀ ਜਾਂ ਦੱਖਣੀ ਅਕਸ਼ਾਂਸ਼ ਰੇਖਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇਹਨਾਂ ਨੂੰ ਪੂਰਬੀ ਜਾਂ ਪੱਛਮੀ ਦਿਸ਼ਾਂਤਰ ਰੇਖਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੋ ਇਹ ਕੁਝ ਮੇਨ ਗੱਲਾਂ ਤੁਸੀਂ ਯਾਦ ਰੱਖਣੀਆਂ ਹਨ ਕਿ ਦਿਸ਼ਾਂਤਰਾਂ ਤੇ ਅਕਸ਼ਾਂਸ਼ਾਂ ਦੇ ਵਿਚਕਾਰ ਮੁੱਖ ਤੌਰ ਤੇ ਕੀ ਅੰਤਰ ਹੈ। ਸੋ ਇਹ ਤੁਹਾਡੇ ਸਾਹਮਣੇ ਸਾਰੀਆਂ ਰੇਖਾਵਾਂ ਦਿਖਾਈਆਂ ਹੋਈਆਂ ਹਨ, ਅਕਸ਼ਾਂਸ਼ ਤੇ ਦਿਸ਼ਾਂਤਰ ਰੇਖਾਵਾਂ। ਪਹਿਲੀ ਤਸਵੀਰ ਜਿੱਥੇ ਅਕਸ਼ਾਂਸ਼ ਰੇਖਾਵਾਂ ਲਿਖੀਆਂ ਹਨ, ਧਿਆਨ ਨਾਲ ਦੇਖੋ। ਡਾਟ ਲਾਈਨ ਜੋ ਬਣਾਈ ਗਈ ਹੈ ਇਹ ਭੂਮੱਧ ਰੇਖਾ ਹੈ 0 ਡਿਗਰੀ ਤੇ। ਇਹਦੇ ਨਾਲ ਜੋ ਹੋਰ ਦੂਸਰੀਆਂ ਰੇਖਾਵਾਂ ਦਰਸਾਈਆਂ ਜਾ ਰਹੀਆਂ ਨੇ ਭੂਮੱਧ ਰੇਖਾ ਦੇ ਬਿਲਕੁਲ ਸਮਾਨਾਂਤਰ ਉੱਪਰ ਵੱਲ ਤੇ ਥੱਲੇ ਵੱਲ, ਇਹ ਅਕਸ਼ਾਂਸ਼ ਰੇਖਾਵਾਂ ਹਨ। ਇਸੇ ਤਰ੍ਹਾਂ ਤੁਸੀਂ ਦਿਸ਼ਾਂਤਰ ਰੇਖਾਵਾਂ ਵੱਲ ਦੇਖੋ। ਮੁੱਖ ਮਧਿਆਨ ਰੇਖਾ ਡਾਟ ਲਾਈਨ 'ਚ ਦਿਖਾਈ ਗਈ ਹੈ ਤੇ ਬਾਕੀ ਦੀਆਂ ਹੋਰ ਦਿਸ਼ਾਂਤਰ ਰੇਖਾਵਾਂ ਤੁਹਾਡੇ ਸਾਹਮਣੇ ਦਿਖਾਈਆਂ ਗਈਆਂ ਹਨ। ਅੱਗੇ ਦੇਖੀਏ ਕਿ ਕਿਹੜੀਆਂ ਰੇਖਾਵਾਂ ਤਾਪਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ। ਕਾਰਨ ਦੱਸੋ ਕਿ ਤਾਪਖੰਡ ਕਿਉਂ ਬਣਾਏ ਜਾਂਦੇ ਹਨ। ਆਓ ਦੇਖੀਏ ਬੇਟਾ।
ਕਿ ਅਕਸ਼ਾਂਸ਼ ਰੇਖਾਵਾਂ ਤਾਪਖੰਡ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਤਾਪਖੰਡ ਹੇਠ ਲਿਖੇ ਕਾਰਨਾਂ ਕਰਕੇ ਬਣਾਏ ਜਾਂਦੇ ਹਨ। ਸਭ ਤੋਂ ਪਹਿਲਾ ਪੁਆਇੰਟ, ਸੂਰਜ ਦੀਆਂ ਸਿੱਧੀਆਂ ਅਤੇ ਤਿਰਛੀਆਂ ਕਿਰਨਾਂ। ਸੂਰਜ ਦੀਆਂ ਸਿੱਧੀਆਂ ਕਿਰਨਾਂ ਧਰਤੀ ਉੱਪਰ ਘੱਟ ਸਥਾਨ ਘੇਰਦੀਆਂ ਹਨ, ਇਸ ਲਈ ਉਹਨਾਂ ਦੀ ਗਰਮ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ। ਇਸ ਦੇ ਉਲਟ ਸੂਰਜ ਦੀਆਂ ਤਿਰਛੀਆਂ ਕਿਰਨਾਂ ਜ਼ਿਆਦਾ ਸਥਾਨ ਘੇਰਦੀਆਂ ਹਨ, ਇਸ ਲਈ ਉਹਨਾਂ ਦੀ ਗਰਮ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ। ਸੋ ਸੂਰਜ ਦੀਆਂ ਸਿੱਧੀਆਂ ਕਿਰਨਾਂ ਕਿੱਥੇ ਪੈਣਗੀਆਂ? ਭੂ-ਮੱਧ ਰੇਖਾ ਤੇ ਪੈਂਦੀਆਂ ਹਨ। ਦੂਸਰਾ ਪੁਆਇੰਟ, ਧਰਤੀ ਦਾ ਗੋਲ ਆਕਾਰ। ਤਾਪਖੰਡ ਬਣਾਉਣ ਦਾ ਦੂਜਾ ਕਾਰਨ ਧਰਤੀ ਦਾ ਗੋਲ ਆਕਾਰ ਹੈ। ਧਰਤੀ ਦਾ ਮੱਧ ਭਾਗ ਉੱਭਰਿਆ ਹੋਇਆ ਹੈ। ਇਹ ਵੱਧ ਤੋਂ ਵੱਧ ਸੂਰਜੀ ਤਾਪ ਪ੍ਰਾਪਤ ਕਰਦਾ ਹੈ। ਧਰੁਵਾਂ ਵੱਲ ਜਾਣ ਤੇ ਸੂਰਜੀ ਤਾਪ ਦੀ ਤੀਬਰਤਾ ਜਾਂ ਤੀਖਣਤਾ ਘੱਟ ਹੁੰਦੀ ਜਾਂਦੀ ਹੈ, ਇਸ ਲਈ ਇਹ ਘੱਟ ਤਾਪਖੰਡ ਬਣ ਜਾਂਦਾ ਹੈ। ਸੋ ਤੁਹਾਡੇ ਸਾਹਮਣੇ ਬੇਟਾ ਇਹ ਤਸਵੀਰ ਹੈ, ਤੁਸੀਂ ਧਿਆਨ ਨਾਲ ਦੇਖੋ। ਭੂ-ਮੱਧ ਰੇਖਾ ਉੱਪਰ ਕਰਕ ਰੇਖਾ ਤੇ ਮਕਰ ਰੇਖਾ, ਇੱਥੇ ਊਸ਼ਣ ਤਾਪਖੰਡ ਜੋ ਕਿ ਬਹੁਤ ਗਰਮ ਇਲਾਕਾ ਹੈ, ਉਸ ਦੇ ਉੱਪਰ ਉੱਤਰੀ ਧਰੁਵ ਤੋਂ ਥੱਲੇ ਤੇ ਇਧਰੋਂ ਦੱਖਣੀ ਧਰੁਵ, ਜਿੱਥੇ ਆਰਕਟਿਕ ਚੱਕਰ ਔਰ ਅੰਟਾਰਕਟਿਕ ਚੱਕਰ ਦੇ ਵਿਚਕਾਰਲਾ ਹਿੱਸਾ ਦਿਖਾਇਆ ਗਿਆ ਹੈ, ਉਪ ਊਸ਼ਣ ਤਾਪਖੰਡ ਦੋਨੋਂ ਪਾਸੇ ਦਿਖਾਏ ਗਏ ਹਨ, ਜਿੱਥੇ ਗਰਮੀ ਘੱਟ ਹੋ ਜਾਂਦੀ ਹੈ। ਤੇ ਫਿਰ ਸ਼ੀਤ ਖੰਡ, ਜਿੱਥੇ ਕਿ ਬਹੁਤ ਜ਼ਿਆਦਾ ਠੰਡ ਹੈ, ਬਰਫ਼ ਜੰਮੀ ਰਹਿੰਦੀ ਹੈ, ਉਹ ਇਲਾਕੇ ਤੁਹਾਡੇ ਸਾਹਮਣੇ ਦਿਖਾਏ ਗਏ ਹਨ। ਸੋ ਆਓ ਅੱਗੇ ਦੇਖੀਏ ਕਿ ਦੇਸ਼ਾਂਤਰਾਂ ਦਾ ਕੀ ਮਹੱਤਵ ਹੈ। ਸੋ ਦੇਸ਼ਾਂਤਰ ਸਾਡੀ ਕਿਵੇਂ ਸਹਾਇਤਾ ਕਰਦੇ ਹਨ? ਸਭ ਤੋਂ ਪਹਿਲਾਂ ਸਾਨੂੰ ਕੀ ਦੱਸਦੇ ਨੇ? ਸਥਿਤੀ ਦਾ ਗਿਆਨ। ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦੀ ਸਥਿਤੀ ਦਾ ਪਤਾ ਲਗਾ ਸਕਦੇ ਹਾਂ। ਭਾਵ ਕਿ ਕੋਈ ਸਥਾਨ ਕਿੱਥੇ ਹੈ, ਕੋਈ ਦੇਸ਼ ਕਿੱਥੇ ਹੈ, ਕੋਈ ਇਲਾਕਾ ਕਿੱਥੇ ਹੈ, ਇਹ ਸਾਨੂੰ ਪਤਾ ਲੱਗਦਾ ਹੈ। ਉਦਾਹਰਨ ਲਈ ਲੁਧਿਆਣਾ 76 ਡਿਗਰੀ ਪੂਰਬ ਦੇਸ਼ਾਂਤਰ ਤੇ ਹੈ। ਇਸ ਦਾ ਅਰਥ ਇਹ ਹੈ ਕਿ ਲੁਧਿਆਣਾ ਮੁੱਖ ਮਧਿਆਨ ਰੇਖਾ ਤੋਂ 76 ਡਿਗਰੀ ਪੂਰਬ ਵਾਲੇ ਪਾਸੇ ਸਥਿਤ ਹੈ। ਸੋ ਬੇਟਾ ਤੁਹਾਨੂੰ ਇਹ ਅਧਿਐਨ ਕਰਨਾ ਆਉਣਾ ਚਾਹੀਦਾ ਹੈ। ਤੁਸੀਂ ਗਲੋਬ ਉੱਤੇ ਦੇਖੋ ਕਿ ਮੁੱਖ ਮਧਿਆਨ ਰੇਖਾ ਕਿੱਥੇ ਹੈ ਤੇ 76 ਡਿਗਰੀ ਪੂਰਬ ਵਾਲਾ ਪਾਸਾ ਕਿਹੜਾ ਹੈ। ਨੈਕਸਟ, ਸਮੇਂ ਦਾ ਗਿਆਨ। ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਵੀ ਸਥਾਨ ਦੇ ਸਮੇਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ। ਹਰੇਕ ਦੋ ਦੇਸ਼ਾਂਤਰਾਂ ਵਿਚਕਾਰ 4 ਮਿੰਟ ਦਾ ਫਰਕ ਹੁੰਦਾ ਹੈ। ਦੋ ਸਥਾਨ ਗ੍ਰੀਨਵਿਚ ਦੇ ਪੂਰਬ ਵੱਲ ਸਥਿਤ ਹਨ, ਉਹਨਾਂ ਦਾ ਸਮਾਂ 4 ਮਿੰਟ ਪ੍ਰਤੀ ਦੇਸ਼ਾਂਤਰ ਅੱਗੇ ਹੈ, ਤੇ ਦੋ ਸਥਾਨ ਗ੍ਰੀਨਵਿਚ ਦੇ ਪੱਛਮ ਵੱਲ ਸਥਿਤ ਹਨ, ਉਹਨਾਂ ਦਾ ਸਮਾਂ 4 ਮਿੰਟ ਪ੍ਰਤੀ ਦੇਸ਼ਾਂਤਰ ਪਿੱਛੇ ਹੁੰਦਾ ਹੈ। ਅਗਲਾ ਪ੍ਰਸ਼ਨ, ਗ੍ਰਿਡ ਜਾਂ ਜਾਲ ਕੀ ਹੈ? ਇਸ ਦੀ ਕੀ ਮਹੱਤਤਾ ਹੈ? ਸੋ ਨਕਸ਼ਿਆਂ ਉੱਤੇ ਗਲੋਬ ਉੱਪਰ ਅਕਸ਼ਾਂਸ਼ਾਂ ਤੇ ਦੇਸ਼ਾਂਤਰਾਂ ਦਾ ਜਾਲ ਬਣਿਆ ਹੈ, ਇਸ ਨੂੰ ਗ੍ਰਿਡ ਜਾਂ ਜਾਲ ਆਖਦੇ ਹਨ। ਇਹ ਜਾਲ ਜਾਂ ਗ੍ਰਿਡ ਨਕਸ਼ੇ ਅਤੇ ਐਟਲਸ ਬਣਾਉਣ ਵਿੱਚ ਸਹਾਇਕ ਹੁੰਦੇ ਹਨ। ਇਸ ਜਾਲ ਦੀ ਮਦਦ ਨਾਲ ਅਸੀਂ ਨਕਸ਼ੇ ਪੜ੍ਹਦੇ ਹਾਂ, ਜੋ ਅਸੀਂ ਕਿਸੇ ਅਕਸ਼ਾਂਸ਼ੀ ਤੇ ਦੇਸ਼ਾਂਤਰੀ ਸਥਿਤੀ ਨੂੰ ਜਾਣਦੇ ਹਾਂ ਤੇ ਉਸ ਨੂੰ ਸਥਾਨ ਨੂੰ ਅਸੀਂ ਨਕਸ਼ੇ ਉੱਤੇ ਲੱਭਦੇ ਹਾਂ। ਦੂਸਰਾ, ਇਸ ਦੀ ਸਹਾਇਤਾ ਨਾਲ ਦੋ ਦੇਸ਼ਾਂ ਦੀ ਸਰਹੱਦ ਦਾ ਪਤਾ ਵੀ ਲੱਗਦਾ ਹੈ, ਜਿਵੇਂ ਕਿ ਕੋਈ ਦੇਸ਼ ਕਿੰਨੇ ਦੇਸ਼ਾਂਤਰਾਂ ਅਤੇ ਅਕਸ਼ਾਂਸ਼ਾਂ ਵਿੱਚ ਸਥਿਤ ਹੈ। ਸੋ ਇਹ ਗ੍ਰਿਡ ਜਾਂ ਜਾਲ ਤੁਹਾਨੂੰ ਦਿਖਾਇਆ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਸੋ ਇਸ ਤੋਂ ਬਾਅਦ ਤੁਸੀਂ ਇਸ ਦਾ ਹੋਰ ਅਧਿਐਨ ਵੀ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਗਲੋਬ ਕੀ ਹੈ, ਅਕਸ਼ਾਂਸ਼ ਦੇਸ਼ਾਂਤਰ ਕੀ ਹਨ, ਭੂ-ਮੱਧ ਰੇਖਾ ਤੇ ਮੁੱਖ ਮਧਿਆਨ ਕੀ ਹੈ, ਤਾਪਖੰਡ ਕੀ ਹਨ, ਔਰ ਤੁਹਾਨੂੰ ਇਹਨਾਂ ਬਾਰੇ ਭਰਪੂਰ ਜਾਣਕਾਰੀ ਜੋ ਇਹਨਾਂ ਪਾਠਾਂ ਦੁਆਰਾ ਮਿਲੀ ਹੈ, ਤੁਸੀਂ ਇਸ ਨੂੰ ਯਾਦ ਰੱਖੋ ਅਤੇ ਪ੍ਰਸ਼ਨਾਂ ਉੱਤਰਾਂ ਨੂੰ ਚੰਗੀ ਤਰ੍ਹਾਂ ਯਾਦ ਕਰੋ। ਸੋ ਵਿਦਿਆਰਥੀਓ, ਆਪ ਸਭ ਦਾ ਬਹੁਤ ਬਹੁਤ ਧੰਨਵਾਦ।